ਹੁਣ ਅਸੀਂ अर्ध पहाड़ी प्रदेश वाले गल करांगे। दूजे नंबर ते किहदी गल करांगे? अर्ध पहाड़ी प्रदेश बारे गल करांगे। की हुंदा अर्ध पहाड़ी प्रदेश किहड़े हुंदे आ? इसनूं असीं होर की नाम नाल जाणिया जांदा पता किसी नूं? मैनूं कमेंट बॉक्स पा के दसो। इसनूं असीं शिवालिक वालिक कहते हैं, शिवालिक पहाड़ी, शिवालिक उदा भी नाम दिता जाता है। इसनूं तराई तराई भी कहा जाता है, तराई का प्रदेश कहा जाता है। इसनूं तराई का प्रदेश भी कहा जाता है। ठीक है, दो नाम तो ना। इस विच साडे सब तो पहला इस विच हुशियारपुर, कांगड़ा, कांगड़ा, अंबाला, अंबाला, गुरदासपुर ते सियालकोट, गुरदासपुर, सियालकोट। ये जो इलाका है घट उपजाऊ है, क्योंकि ये घट उपजाऊ खेतर है। इत्थे फसल घट होंदी है, क्योंकि इत्थे बर्फीला एरिया भी इहदे नाल ही है। कुल्लू मनाली जिथे बर्फ रहिंदी है, जिवें कि कुल्लू मनाली, ठीक है, डलहौजी, शिमला, ये नहीं इस विच आंदे हैं। इस विच आंदे हैं। ठीक है, इहदा तुसीं स्क्रीनशॉट ले लो, नोट्स नाल नाल बनाई चलो। हुण असीं मैदानी प्रदेश बारे गल करांगे, जिसदे साडे दुआबे आ जाते हैं। मैदानी प्रदेश साडे दुआबे आते हैं। हुण असीं मैदानी प्रदेश की गल करते हैं। तीजे नंबर पर असीं मैदानी प्रदेश की गल करते हैं। मैदानी भाग, चाहे मैदानी प्रदेश कुछ भी कह सकते हैं। मैदानी प्रदेश, जो मैदानी प्रदेश है, इसनूं असीं फिर तीन भागां च वंडदे हैं। तीन भागां च वंड के पढ़ते हैं उसनूं असीं। सब तो पहले असीं दुआबां दी गल करांगे। 5 दुआबे सानूं समय हुण भी हैगे। 5 दुआबे इस 5 दुआबे जिहड़े दुआबे है, ये मुगल बादशाह अकबर ने बनाए सी। मुगल बादशाह अकबर ने बनाए सी। ठीक है, ये जिहड़ा दुआब है, ये दुआब जिहड़ा है फारसी दे शब्द दो प्लस आप दे मेल तो बने। तो साढ़े 5 दुआबे है, ये पहला बिस जलंधर दुआब आऊगा, फिर बारी दुआब आऊगा, रचना आऊगा, चर्ज दुआब आऊगा, फिर सिंध दुआब आऊगा। 5 दुआबे साढ़े केड़े पहला असी सब तो पहला असी बिस जलंधर दुआब की गल करांगे। बिस्त जलंधर दुआब, ये जिहड़ा है सतलुज ते ब्यास के विचकारला इलाका है। बिस जलंधर दुआब, ये जिहड़ा इलाका है, ये ब्यास ते सतलुज के विचकारला इलाका, ब्यास ते सतलुज दा विचकारला हिस्सा। ठीक है, ये साडे जिहड़े मुख शहर है वो जलंधर है,
ਹੁਸ਼ਿਆਰਪੁਰ ਹੈ ਤੇ ਗੁਰਦਾਸਪੁਰ ਹੈ। ਹੁਸ਼ਿਆਰਪੁਰ ਤੇ ਗੁਰਦਾਸਪੁਰ। ਠੀਕ ਹੈ। ਇਸ ਨੂੰ ਅੰਗਰੇਜ਼ੀ ਰਾਜ ਸਮੇਂ ਟਰਾਂਸ ਕੀ ਕਹਿੰਦੇ ਸੀ, ਟਰਾਂਸ ਸਤਲੁਜ ਕਹਿੰਦੇ ਸੀ। ਟਰਾਂਸ ਸਤਲੁਜ ਕਹਿੰਦੇ ਸੀ ਕਦੋਂ? ਬ੍ਰਿਟਿਸ਼ ਵੇਲੇ, ਅੰਗਰੇਜ਼ੀ ਰਾਜ ਵੇਲੇ। ਅੰਗਰੇਜ਼ੀ ਰਾਜ ਸਮੇਂ ਕਹਿੰਦੇ ਸੀਗੇ ਟਰਾਂਸ ਸਤਲੁਜ ਕਹਿੰਦੇ ਸੀਗੇ ਇਸ ਏਰੀਆ ਨੂੰ, ਬਿਸ ਜਲੰਧਰ ਦੁਆਬ ਨੂੰ। ਸਾਡੇ ਬਿਸ 5 ਦੁਆਬ ਹੈ, ਜਿਹਦੇ ਵਿੱਚ ਅਸੀਂ ਇੱਕ ਪਹਿਲਾ ਦੁਆਬ ਪੜ੍ਹ ਰਹੇ ਹਾਂ, ਬਿਸ ਜਲੰਧਰ ਦੁਆਬ। ਇਹ ਬਿਆਸ ਤੇ ਸਤਲੁਜ ਦੇ ਵਿਚਕਾਰਲੀ ਜਗ੍ਹਾ ਹੈ। ਠੀਕ ਹੈ। ਤੇ ਜਲੰਧਰ ਤੇ ਹੁਸ਼ਿਆਰਪੁਰ ਗੁਰਦਾਸਪੁਰ ਅੰਗਰੇਜ਼ੀ ਟਰਾਂਸ ਇਹ ਜਿਸ ਵਿੱਚ 3 ਆਉਂਦੇ ਆ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਅੰਗਰੇਜ਼ੀ ਰਾਜ ਨੂੰ ਟਰਾਂਸ ਸਤਲੁਜ ਕਹਿੰਦੇ ਸਨ। ਤਾਂ ਮੈਂ ਇੱਥੇ ਗੱਲ ਦੱਸਣਾ ਭੁੱਲ ਗਈ ਤੁਹਾਨੂੰ ਪਿਛਲੇ ਹਿੱਸੇ 'ਚ। ਜਿਹੜੀ ਦੁਆਬ ਹੁੰਦੀ ਹੈ ਇਹ 2 ਦਰਿਆਵਾਂ ਦੇ ਵਿਚਕਾਰ ਦੀ ਭੂਮੀ ਹੁੰਦੀ ਹੈ। ਦਰਿਆਵਾਂ ਦੇ ਵਿਚਕਾਰ ਦੀ ਭੂਮੀ ਹੁੰਦੀ ਹੈ, 2 ਦਰਿਆਵਾਂ ਦੇ ਵਿਚਕਾਰਲੀ ਭੂਮੀ ਹੁੰਦੀ ਹੈ। ਵਿਚਕਾਰਲੀ ਭੂਮੀ ਹੁੰਦੀ ਹੈ ਇਹ, 2 ਦਰਿਆਵਾਂ ਦੇ ਵਿਚਕਾਰਲੀ ਭੂਮੀ ਹੁੰਦੀ ਹੈ। ਦੇ ਵਿਚਕਾਰਲੀ ਭੂਮੀ ਹੁੰਦੀ ਹੈ। ਠੀਕ ਹੈ ਜੀ। 2 ਦਰਿਆਵਾਂ ਦੇ ਵਿਚਕਾਰਲੀ ਭੂਮੀ ਹੁੰਦੀ ਹੈ। ਦੁਆਬ ਤੋਂ 2 ਜਿਹੜਾ ਸਾਡਾ ਦੁਆਬ ਹੈ ਇਹ ਫਾਰਸੀ ਦੇ ਸ਼ਬਦ 2 + ਆਪ ਤੋਂ ਬਣ ਕੇ ਬਣਿਆ ਹੈ ਜੀ। ਇਸ ਨੂੰ 2 ਦੁਆਬ ਨੂੰ ਹੀ 2 ਦਰਿਆਵਾਂ ਦੇ ਵਿਚਕਾਰਲੀ ਭੂਮੀ ਨੂੰ ਕਹਿੰਦੇ ਆ, ਦੁਆਬ ਕਹਿੰਦੇ ਆ। ਤਾਂ ਅਸੀਂ ਬਿਸ ਤੋਂ ਜਲੰਧਰ ਦੁਆਬ ਦੀ ਗੱਲ ਕੀਤੀ ਹੈ, ਜਿਹੜਾ ਬਿਆਸ ਤੇ ਸਤਲੁਜ ਦੇ ਵਿਚਕਾਰਲਾ ਖੇਤਰ ਹੈ। ਇਹ ਸਾਡੇ ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ ਆਉਂਦੇ ਆ। ਇਹ ਮਹੱਤਵਪੂਰਨ ਸ਼ਹਿਰ ਹੈ, ਹੋਰ ਵੀ ਬਹੁਤ ਹੈਗੇ ਆ। ਤਾਂ ਅੰਗਰੇਜ਼ੀ ਰਾਜ ਵਿੱਚ ਸਮੇਂ ਇਸ ਨੂੰ ਟਰਾਂਸ ਸਤਲੁਜ ਕਹਿੰਦੇ ਸਨ। ਠੀਕ ਹੈ ਜੀ। ਬੱਚੇ ਨਾਲ ਸਕਰੀਨਸ਼ਾਟ ਲਈ ਚੱਲੋ ਤਾਂ ਜੋ ਸਾਡੀ ਸਮੇਂ ਦੀ ਬਰਬਾਦੀ ਨਾ ਹੋਵੇ। ਸਮਾਂ ਬਹੁਤ ਕੀਮਤੀ ਹੈ। ਜਿਹੜਾ ਸਮੇਂ ਨੂੰ ਨਹੀਂ ਸਮਝਦਾ, ਸਮਾਂ ਉਹਨੂੰ ਪਿੱਛੇ ਛੱਡ ਦਿੰਦਾ। ਇਹ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੈ, ਤੁਸੀਂ ਸਮਝਦਾਰ ਹੋ। ਹੁਣ ਅਸੀਂ ਬਾਰੀ ਦੁਆਬ ਦੀ ਗੱਲ ਕਰਦੇ ਹਾਂ, ਦੂਜੇ ਦੁਆਬ। ਪਹਿਲਾਂ ਅਸੀਂ ਬਿਸ ਦੁਆਬ ਦੀ ਗੱਲ ਕੀਤੀ ਸੀ, ਹੁਣ ਅਸੀਂ ਦੂਜੇ ਦੁਆਬ ਦੀ ਗੱਲ ਕਰਦੇ ਹਾਂ, ਬਾਰੀ ਦੁਆਬ। ਜਿਹੜਾ ਇਹ ਬਾਰੀ ਦੁਆਬ ਹੈ ਇਹ ਕਿਹੜੇ ਇਹ ਫਿਰ 2 ਚ ਆਊਗਾ ਕਿਉਂਕਿ ਆਪਾਂ ਦੁਆਬਿਆਂ ਦੀ ਗੱਲ ਕਰ ਰਹੇ ਹਾਂ। ਇਹ ਬਿਆਸ ਤੇ ਪਲੱਸ ਰਾਵੀ। ਇਹ ਬਿਆਸ ਤੇ ਰਾਵੀ, ਇਹਦੇ ਵਿੱਚ ਕਿਹੜੇ ਆਉਂਦੇ ਆ? ਸਾਡੇ ਜਿਹੜੇ ਮੇਨ ਜਿਹੜੇ ਹੈਗੇ ਆ ਉਹ ਲਾਹੌਰ ਤੇ ਅੰਮ੍ਰਿਤਸਰ ਹੈ। ਕਿਹੜੇ? ਲਾਹੌਰ ਤੇ ਮੁੱਖ ਹੈ ਇਹ, ਲਾਹੌਰ ਤੇ ਅੰਮ੍ਰਿਤਸਰ। ਬਾਰੀ ਦੁਆਬ ਨੂੰ ਸਾਡੇ ਨੂੰ ਮਾਝਾ ਕਿਹਾ ਜਾਂਦਾ। ਜਿਹੜੀ ਸਾਡੀ ਅਫੀਸ਼ੀਅਲ ਲੈਂਗੁਏਜ ਹੈ, ਦਫ਼ਤਰੀ ਭਾਸ਼ਾ ਪੰਜਾਬ ਦੀ, ਉਹ ਕਿਹੜੀ ਹੈ? ਮੈਨੂੰ ਕਮੈਂਟ ਵਿੱਚ ਪਾ ਕੇ ਦੱਸੋ, ਦਫ਼ਤਰੀ ਭਾਸ਼ਾ ਕਿਹੜੀ ਹੈ ਸਾਡੀ? ਇਹ ਹੈਗੀ ਹੈ ਸਾਡੀ ਮਾਝੀ। ਇਹਨੂੰ ਮਾਝੀ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਪੰਜਾਬ ਦਾ ਵਿਚਕਾਰਲਾ ਹਿੱਸਾ ਹੈ। ਇਹ ਸਾਡਾ ਮਾਝੀ ਵਿੱਚ ਸਾਡਾ ਅੰਮ੍ਰਿਤਸਰ ਪੈਂਦਾ ਹੈ। ਅੰਮ੍ਰਿਤਸਰ ਵਿੱਚ ਸਾਡਾ ਗੋਲਡਨ ਟੈਂਪਲ ਹੈ, ਸਾਡਾ ਜਲਿਆਂਵਾਲਾ ਬਾਗ ਹੈ, ਜਿਹੜੇ ਸਾਡੇ ਬਹੁਤ ਹੀ ਮਹੱਤਵਪੂਰਨ ਸਥਾਨ ਹਨ। ਇਹ ਸਾਡੇ ਇਤਿਹਾਸਿਕ ਤੌਰ 'ਤੇ ਬਹੁਤ ਹਨ। ਸਿੱਖਾਂ ਦੀ ਇਸ ਨੂੰ ਗੁਰੂ ਨਗਰੀ ਵੀ ਕਿਹਾ ਜਾਂਦਾ ਹੈ ਅੰਮ੍ਰਿਤਸਰ ਨੂੰ, ਕਿਉਂਕਿ ਇੱਥੇ ਗੋਲਡਨ ਟੈਂਪਲ ਹੋਣ ਕਰਕੇ। ਠੀਕ ਹੈ। ਇਹ ਹੈ ਬਾਰੀ ਦੁਆਬ। ਹੁਣ ਆ ਗਿਆ ਅੱਗੇ ਰਚਨਾ ਦੁਆਬ। ਹੁਣ ਆ ਗਿਆ ਰਚਨਾ ਦੁਆਬ। ਰਚਨਾ ਤੀਜੇ ਨੰਬਰ ਤੇ ਰਚਨਾ ਦੁਆਬ। ਰਚਨਾ ਦੁਆਬ ਕਿਹੜੇ 2 ਚ ਦਰਿਆਵਾਂ 'ਚ ਹੈ? ਰਾਵੀ ਤੇ ਚਨਾਬ। ਰਾਵੀ ਤੇ ਚਨਾਬ। ਠੀਕ ਹੈ ਜੀ। ਇਹਦੇ ਵਿੱਚ ਗੁਜਰਾਂਵਾਲਾ ਤੇ ਸ਼ਾਹਪੁਰ। ਗੁਜਰਾਂਵਾਲਾ ਤੇ ਸ਼ਾਹਪੁਰ ਇਹ ਸਾਡਾ ਪਾਕਿਸਤਾਨ ਦਾ ਏਰੀਆ ਹੈ। ਗੁਜਰਾਂਵਾਲਾ ਇਹ ਸਾਡਾ ਪਹਿਲਾਂ ਭਾਰਤ ਦਾ ਹੀ ਹਿੱਸਾ ਹੋਇਆ ਕਰਦਾ ਹੈ, ਪੰਜਾਬ ਦਾ ਹੀ ਹਿੱਸਾ ਹੋਇਆ ਕਰਦਾ। ਗੁਜਰਾਂਵਾਲਾ ਤੇ ਸ਼ੇਖੂਪੁਰਾ। ਫਿਰ ਆ ਜਾਂਦਾ ਸਾਡਾ ਚੌਥੇ ਨੰਬਰ ਤੇ ਝੱਜ ਦੁਆਬ। ਜਿਹੜਾ ਰਾਵੀ ਹੈ,
ਜਿਹੜਾ ਰਚਨਾ ਦੁਆਬ ਹੈ ਇਹ ਸਾਡੇ ਕੋਲ ਅੱਧਾ ਆ ਜਾਂਦਾ ਹੈ, ਕਿਉਂਕਿ ਜੰਮੂ ਕਸ਼ਮੀਰ ਦਾ ਜਿਹੜਾ ਇਲਾਕਾ ਹੈ ਉਹ ਇਹਦੇ ਇਸੇ 'ਚ ਹੀ ਆ ਜਾਂਦਾ ਹੈ। ਜੰਮੂ ਕਸ਼ਮੀਰ ਜਿਹੜਾ ਰਾਵੀ ਦੇ ਨਾਲ ਲੱਗਦਾ ਹੈ, ਪਠਾਨਕੋਟ ਸਾਡਾ ਹੈ ਨਾ, ਜੰਮੂ ਕਸ਼ਮੀਰ ਜਿਹੜਾ ਇਹ ਰਾਵੀ ਦੇ ਖੇਤਰ 'ਚ ਹੀ ਆਉਂਦਾ ਹੈ, ਰਾਵੀ ਨਦੀ ਦੇ ਖੇਤਰ 'ਚ ਹੀ ਆਉਂਦਾ ਹੈ। ਤੇ ਇਹ ਇਸ ਤੋਂ ਆ ਗਿਆ ਰਚਨਾ ਦੁਆਬ, ਫਿਰ ਆ ਗਿਆ ਚੱਜ ਦੁਆਬ। ਚੱਜ ਦੁਆਬ ਕਿਹੜੇ ਦੋਵਾਂ 'ਚ ਹੈ? ਇਹ ਹੈਗਾ ਜੀ ਚਨਾਬ ਤੇ ਜੇਹਲਮ। ਇਹ ਚਨਾਬ ਤੇ ਜੇਹਲਮ ਦੇ ਵਿਚਕਾਰਲੀ ਜਗ੍ਹਾ ਹੈ, ਠੀਕ ਹੈ ਜੀ। ਤੇ ਗੁਜਰਾਤ ਤੇ ਸ਼ਾਹਪੁਰ, ਗੁਜਰਾਤ ਤੇ ਸ਼ਾਹਪੁਰ ਇਹਦੇ ਵਿੱਚ ਆਉਂਦੇ ਆ। ਹੁਣ ਸਿੰਧ ਦੁਆਬ, ਹੁਣ ਅਸੀਂ ਗੱਲ ਕਰਦੇ ਹਾਂ ਸਿੰਧ ਦੁਆਬ ਦੀ। ਇਸ ਤੋਂ ਬਾਅਦ ਇਹਦਾ ਸਕਰੀਨਸ਼ਾਟ ਲੈ ਲਓ, ਠੀਕ ਹੈ, ਲੈ ਲਿਆ। ਚਲੋ ਹੁਣ ਆਪਾਂ ਗੱਲ ਕਰਦੇ ਹਾਂ ਸਿੰਧ ਦੁਆਬ ਦੀ। ਪੰਜਵਾਂ ਦੁਆਬ ਨੇ ਸਿੰਧ ਦੁਆਬ। ਇਹ ਵੀ ਪਾਕਿਸਤਾਨ 'ਚ ਚਲਾ ਗਿਆ। ਇਹ ਹੈਗਾ ਜੀ ਕਿਹੜੀ ਨਦੀਆਂ 'ਚ, ਦਰਿਆਵਾਂ 'ਚ, ਸਿੰਧ ਤੇ ਜੇਹਲਮ। ਸਿੰਧ ਤੇ ਜੇਹਲਮ ਦੇ ਵਿਚਕਾਰ ਹੈ ਇਹ, ਸਿੰਧ ਤੇ ਜੇਹਲਮ ਦੇ ਵਿਚਕਾਰ ਹੈ। ਰਾਵਲਪਿੰਡੀ ਜਿਹੜਾ ਹੈਗਾ ਇਹਦਾ ਇੰਪੋਰਟੈਂਟ ਸ਼ਹਿਰ ਹੈ, ਮਹੱਤਵਪੂਰਨ ਸ਼ਹਿਰ ਜਿਹੜਾ ਹੈਗਾ ਉਹ ਰਾਵਲਪਿੰਡੀ ਹੈ। ਜਿਹੜਾ ਆਪਣਾ ਚੱਜ ਦੁਆਬ ਹੈ ਤੇ ਸਿੰਧ ਦੁਆਬ ਹੈ, ਇਹ ਕੰਪਲੀਟਲੀ ਪਾਕਿਸਤਾਨ 'ਚ ਆ ਜਾਂਦੇ ਆ। ਰਚਨਾ ਦੁਆਬ ਸਾਡੇ ਕੋਲ ਥੋੜ੍ਹਾ ਜਿਹਾ ਆ ਜਾਂਦਾ ਹੈ, ਜੰਮੂ ਕਸ਼ਮੀਰ ਵਾਲਾ ਇਲਾਕਾ, ਤੇ ਦੋ ਸਾਡੇ ਕੋਲ ਪੂਰੇ ਹੀ ਹੈ, ਬਿਸਤ ਜਲੰਧਰ ਦੁਆਬ ਤੇ ਬਾਰੀ ਦੁਆਬ, ਠੀਕ ਹੈ। ਅਸੀਂ ਇਹ ਸਨ ਸਾਡੇ 5 ਦੁਆਬ। ਹੁਣ ਅਸੀਂ ਇਹਦੇ ਹੀ ਮੈਦਾਨੀ ਪ੍ਰਦੇਸ਼ ਦੇ ਹੀ, ਮੈਦਾਨੀ ਜਿਹੜਾ ਪ੍ਰਦੇਸ਼ ਹੈ ਇਹਦੇ ਹੀ ਅਸੀਂ ਦੂਜੇ ਭਾਗ ਦੀ ਗੱਲ, ਪਹਿਲੇ ਭਾਗ ਦੀ ਗੱਲ 'ਚ ਆਪਾਂ ਦੁਆਬ ਪੜ੍ਹੇ ਹੈ, ਹੁਣ ਅਸੀਂ ਇਸੇ ਦੇ ਹੀ ਦੂਜੇ ਭਾਗ ਦੀ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਸਾਡਾ ਮਾਲਵਾ ਤੇ ਬਾਂਗਰ ਦਾ ਪ੍ਰਦੇਸ਼ ਆ ਜਾਂਦਾ ਹੈ। ਮੈਦਾਨੀ ਪ੍ਰਦੇਸ਼ ਮੈਂ ਦੱਸਿਆ ਸੀ ਨਾ ਤੁਹਾਨੂੰ ਵੀ 3 ਭਾਗਾਂ 'ਚ ਹੈ, ਤਾਂ ਇੱਕ ਭਾਗ ਅਸੀਂ ਪਹਿਲਾਂ ਜਿਹੜਾ ਉਹ ਦੁਆਬਿਆਂ ਵਾਲਾ ਇਲਾਕਾ, ਜਿਹੜੇ ਜਿਸ 'ਚ ਆਪਾਂ ਦੁਆਬੇ ਦੀ ਗੱਲ ਕੀਤੀ ਉਹ ਗੱਲ ਕਰ ਲਈ, ਤੇ ਹੁਣ ਅਸੀਂ ਦੂਜੇ 'ਚ ਅਸੀਂ ਮਾਲਵਾ ਤੇ ਬਾਂਗਰ ਪ੍ਰਦੇਸ਼ ਦੀ ਗੱਲ ਕਰਾਂਗੇ। ਜਿਹੜਾ ਬਾਂਗਰ ਪ੍ਰਦੇਸ਼ ਹੈ ਇਹ ਅੱਜ ਕੱਲ੍ਹ ਹਰਿਆਣੇ 'ਚ ਹੈ, ਪਹਿਲਾਂ ਪੰਜਾਬ ਦਾ ਹੀ ਹਿੱਸਾ ਹੋਇਆ ਕਰਦੇ ਸਨ। ਇਹ ਜਿਹੜਾ ਮਾਲਵਾ ਹੈ ਇੱਕ ਜਾਤੀਵਾਚਕ ਸ਼ਬਦ ਹੈ, ਇਹ ਜਾਤੀਵਾਚਕ ਸ਼ਬਦ ਹੈ। ਮਾਲਵਾ ਜਿਹੜਾ ਹੈਗਾ ਇਹ ਇੱਕ ਕਬੀਲੇ ਦਾ ਨਾਮ ਹੋਣ ਕਰਕੇ, ਇੱਕ ਕਬੀਲੇ ਦਾ ਨਾਮ ਸੀ ਜਿਹਦੇ ਤੋਂ ਇਹ ਪੈ ਗਿਆ, ਕਬੀਲੇ ਦੇ ਨਾਮ ਤੋਂ ਹੀ ਮਾਲਵਾ ਪਿਆ, ਠੀਕ ਹੈ, ਠੀਕ ਹੈ ਜੀ। ਕਬੀਲੇ ਦੇ ਨਾਮ ਤੋਂ ਹੀ ਮਾਲਵਾ ਪਿਆ। ਤੇ ਮਾਲਵੇ ਪ੍ਰਦੇਸ਼ 'ਚ ਹੀ ਸਾਡੇ ਕਿਹੜੇ ਆ ਜਾਂਦੇ ਆ? ਇਹ ਜਿਹੜਾ ਇਲਾਕਾ ਹੈ ਮਾਲਵੇ ਦਾ, ਇਹ ਸਤਲੁਜ ਤੇ ਘੱਗਰ ਨਦੀ ਦੇ ਵਿਚਾਲੇ ਹੈ। ਸਤਲੁਜ ਤੇ ਘੱਗਰ ਨਦੀ ਦੇ ਵਿਚਾਲੇ, ਸਤਲੁਜ ਤੇ ਘੱਗਰ ਨਦੀ ਦੇ ਵਿਚਾਲੇ ਇੱਥੇ ਹੈ, ਸਤਲੁਜ ਤੇ ਘੱਗਰ ਨਦੀ ਦੇ ਵਿਚਾਲੇ। ਇਹ ਸਾਡੇ ਬਠਿੰਡਾ, ਫਰੀਦਕੋਟ, ਮੋਗਾ, ਲੁਧਿਆਣਾ, ਪਟਿਆਲਾ, ਸਰਹੰਦ ਤੇ ਮਲੇਰਕੋਟਲਾ ਇਹਦੇ ਵਿੱਚ ਆ ਜਾਂਦੇ ਆ, ਠੀਕ ਹੈ। ਕਿਹੜਾ ਸਭ ਤੋਂ ਪਹਿਲਾਂ ਬੱਬੇ ਤੇ ਬਠਿੰਡਾ, ਠੀਕ ਹੈ। ਫਿਰ ਆ ਜਾਊਗਾ ਸਾਡਾ ਫਰੀਦਕੋਟ, ਮੋਗਾ, ਲੁਧਿਆਣਾ, ਸਰਹੰਦ ਤੇ ਮਲੇਰਕੋਟਲਾ, ਠੀਕ ਹੈ ਜੀ। ਮਾਲਵਾ ਇੱਕ ਜਾਤੀਵਾਚਕ ਸ਼ਬਦ ਹੈ, ਇਹ ਕਬੀਲੇ ਦਾ ਨਾਮ ਸੀ, ਉਸ ਤੋਂ ਇਹ ਮਾਲਵਾ ਪਿਆ ਤੇ ਪੰਜਾਬ ਵਿੱਚ ਰਹਿੰਦਾ ਸੀ। ਜਿਹੜਾ ਮਾਲਵਾ ਹੈ ਇਹ ਸਤਲੁਜ ਦੇ ਘੱਗਰ ਦੇ ਵਿਚਕਾਰ ਦੀ ਜਗ੍ਹਾ ਹੈ। ਇਹਦੇ ਵਿੱਚ ਸਾਡੇ ਬਠਿੰਡਾ, ਫਰੀਦਕੋਟ, ਮੋਗਾ, ਲੁਧਿਆਣਾ, ਸਰਹੰਦ, ਮਲੇਰਕੋਟਲਾ ਇਹ ਵਾਲੇ ਇਲਾਕੇ ਦੇ ਵਿੱਚ ਇਹ ਵਾਲੇ ਜ਼ਿਲ੍ਹੇ ਜਿਹੜੇ ਹੈਗੇ ਅੱਜ ਕੱਲ੍ਹ ਹੈਗੇ ਜਿਹੜੇ ਇਹਦੇ ਵਿੱਚ ਆਉਂਦੇ ਨੇ, ਠੀਕ ਹੈ ਜੀ। ਹੁਣ ਅਸੀਂ ਬਾਂਗਰ ਦੀ ਗੱਲ ਕਰਦੇ ਹਾਂ।
ਪਹਿਲਾਂ ਆਪਾਂ ਮਾਲਵੇ ਦੀ ਗੱਲ ਕੀਤੀ ਹੈ, ਇਹਨੂੰ ਵੀ ਦੋ ਭਾਗ ਹੀ ਇਹਦੇ, ਪਹਿਲਾ ਮਾਲਵਾ ਤੇ ਦੂਜਾ ਬਾਂਗਰ। ਹੁਣ ਆਪਾਂ ਬਾਂਗਰ ਦੀ ਗੱਲ ਕਰਦੇ ਹਾਂ। ਤਾਂ ਬਾਂਗਰ ਹੈ ਇਹ ਇਹਦੇ ਨਦੀਆਂ ਦੇ ਚੱਲੇ ਘੱਗਰ ਤੇ ਯਮੁਨਾ, ਦੋਵਾਂ ਦੇ ਚੱਲੇ ਆ। ਠੀਕ ਹੈ, ਇਹਦੇ ਵਿੱਚ ਸਾਡਾ ਇਹ ਹਰਿਆਣੇ 'ਚ ਚਲਾ ਗਿਆ। ਅੱਜ ਕੱਲ੍ਹ 1 ਨਵੰਬਰ 1966 ਦੀ ਵੰਡ ਤੋਂ ਬਾਅਦ ਭਾਸ਼ਾ ਦੇ ਆਧਾਰ 'ਤੇ ਜਦੋਂ ਸਾਡਾ ਪੰਜਾਬ ਨੂੰ ਵੰਡ ਕੀਤਾ ਗਿਆ, ਉਦੋਂ ਉਹਦੇ ਵਿੱਚ ਹਰਿਆਣੇ 'ਚ ਸਾਡਾ ਚਲਾ ਗਿਆ। ਇਹ 'ਚ ਕੀ ਆ ਜਾਂਦਾ ਸਾਡਾ ਕਰਨਾਲ ਨਾਲ ਅੰਬਾਲਾ ਆ ਜਾਂਦਾ, ਇਹਦੇ ਸਾਡਾ ਜੀਂਦ ਆ ਗਿਆ, ਹੋਰ ਕਿਹੜਾ ਆ ਗਿਆ ਕਰਨਾਲ, ਅੰਬਾਲਾ, ਜੀਂਦ ਤੇ ਪਾਣੀਪਤ। ਠੀਕ ਹੈ ਜੀ, ਇਹ ਸਾਡੇ ਆ ਗਏ। ਇਹ ਸਾਡੇ ਬਾਂਗਰ ਦੀ ਗੱਲ ਕੀਤੀ ਹੈ ਅਸੀਂ। ਇਹ ਹੋ ਗਿਆ ਸਾਡਾ ਦੂਜਾ ਭਾਗ। ਹੁਣ ਅਸੀਂ ਤੀਜੇ ਭਾਗ ਦੀ ਗੱਲ ਕਰਦੇ ਹਾਂ। ਇਹਨੂੰ ਵੀ ਦੇਖ ਲਓ, ਸਕਰੀਨਸ਼ਾਟ ਲੈ ਲਓ। ਪਹਿਲਾਂ ਮਾਲਵਾ ਪੜ੍ਹਿਆ, ਇਸੇ ਦੇ ਦੂਜੇ ਭਾਗ 'ਚ ਅਸੀਂ ਮਾਲਵਾ ਤੇ ਬਾਂਗਰ ਪੜ੍ਹਿਆ। ਪਹਿਲਾਂ ਮਾਲਵਾ ਪੜ੍ਹਿਆ, ਹੁਣ ਬਾਂਗਰ ਪੜ੍ਹਿਆ। ਜਿਹੜਾ ਬਾਂਗਰ ਹੈ ਘੱਗਰ ਤੇ ਯਮੁਨਾ ਦੇ ਵਿਚਾਲੇ ਹੈ, ਇਹਦੇ ਵਿੱਚ ਕਰਨਾਲ, ਅੰਬਾਲਾ, ਜੀਂਦ ਤੇ ਪਾਣੀਪਤ ਆ ਜਾਂਦੇ ਆ। ਹੁਣ ਅਸੀਂ ਫਿਰ ਤੀਜੇ ਦੀ ਗੱਲ ਕਰਦੇ ਹਾਂ। ਪਹਿਲਾਂ ਅਸੀਂ ਦੁਆਬ ਪੜ੍ਹੇ, ਫਿਰ ਅਸੀਂ ਮਾਲਵਾ ਪ੍ਰਦੇਸ਼ ਤੇ ਬਾਰੇ ਤੇ ਬਾਂਗਰ ਬਾਰੇ ਪੜ੍ਹਿਆ। ਹੁਣ ਅਸੀਂ ਤੀਜੇ ਭਾਗ ਦੀ ਗੱਲ ਕਰ ਰਹੇ ਹਾਂ, ਮਾਰੂਥਲ, ਦੱਖਣ ਪੱਛਮ ਦਾ ਮਾਰੂਥਲ, ਸਾਊਥ ਵੈਸਟ ਦਾ ਮਾਰੂਥਲ। ਇਹਨੂੰ ਸਾਊਥ ਵੈਸਟ ਕਹਿੰਦੇ ਆ ਇੰਗਲਿਸ਼। ਠੀਕ ਹੈ, ਇਹਦੇ ਵਿੱਚ ਸਾਡਾ ਆ ਜਾਂਦਾ ਸਿੰਧ, ਬਹਾਵਲਪੁਰ ਤੇ ਮੁਲਤਾਨ। ਇਹ ਸਾਡਾ ਕਿਹੜਾ ਇਲਾਕਾ ਆ ਜਾਂਦਾ? ਸਿੰਧ, ਬਹਾਵਲਪੁਰ ਤੇ ਹੋਰ ਕਿਹੜਾ ਇੱਕ ਆ ਜਾਂਦਾ? ਮੁਲਤਾਨ। ਠੀਕ ਹੈ, ਤਾਂ ਇਹ ਸੀ ਸਾਡਾ ਉਹਦਾ ਇਹ ਪੰਜਾਬ ਜਿਹੜਾ ਸੀਗਾ ਸਾਡਾ, ਜਿਹੜਾ ਪੰਜਾਬ ਹੈ, ਇਹ ਵੀ ਮੈਦਾਨੀ ਭਾਗ ਦੀ ਗੱਲ ਕਰਦੇ ਹਾਂ ਆਪਾਂ। ਹੁਣ ਅਸੀਂ ਦੱਖਣ ਇਹਦੇ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੀ ਜਿਹੜੀ ਮਿੱਟੀ ਹੈ, ਉਹ ਕਿਹੜੀ ਹੈ? ਜਲੋੜ ਹੈ ਮਿੱਟੀ, ਜਲੋੜ ਮਿੱਟੀ ਹੈ ਇਹ ਸਾਡੀ। ਇਹ ਬਹੁਤ ਹੀ ਜ਼ਿਆਦਾ ਉਪਜਾਊ ਹੈ, ਤਾਂ ਹੀ ਕਰਕੇ ਭਾਰਤ ਨੂੰ ਕੀ ਕਿਹਾ ਜਾਂਦਾ, ਪੰਜਾਬ ਨੂੰ ਕੀ ਕਿਹਾ ਜਾਂਦਾ? ਗ੍ਰੀਨਰੀ ਆਫ ਇੰਡੀਆ ਕਹਿੰਦੇ ਆ। ਗ੍ਰੀਨਰੀ ਅੰਨ ਭੰਡਾਰ, ਗ੍ਰੀਨਰੀ ਆਫ ਇੰਡੀਆ ਕਿਹਾ ਹੈ, ਅੰਨਦਾਤਾ ਕਿਹਾ ਹੈ, ਕਿਉਂਕਿ ਇਹਨੇ ਸਦੀਆਂ ਤੋਂ ਹੀ ਪੰਜਾਬ ਨੂੰ, ਪੂਰੇ ਭਾਰਤ ਨੂੰ ਅੰਨ ਦਿੱਤਾ ਹੈ। ਕੀ ਕਹਿੰਦੇ ਇਹਨੂੰ? ਅੰਨ ਭੰਡਾਰ ਦਾ ਨਾਮ ਦਿੱਤਾ, ਕਿਉਂਕਿ ਇਹਦੀ ਜਗ੍ਹਾ ਬਹੁਤ ਉਪਜਾਊ ਹੋਣ ਕਰਕੇ, ਜਗ੍ਹਾ ਬਹੁਤ ਜ਼ਿਆਦਾ ਉਪਜਾਊ ਹੋਣ ਕਰਕੇ, ਇਹਨੂੰ ਗ੍ਰੀਨਰੀ ਆਫ ਇੰਡੀਆ ਕਹਿੰਦੇ ਆ, ਕਿਉਂਕਿ ਇਹਨੇ ਅੰਨ ਭੰਡਾਰ ਹੈ, ਇਹਨੇ ਪੂਰੇ ਭਾਰਤ ਵਿੱਚ ਅੰਨ ਦਿੱਤਾ ਹੈ। ਠੀਕ ਹੈ ਜੀ, ਤਾਂ ਇਹ ਸਾਡੀ ਗੱਲ ਸਾਰੇ ਹੋ ਗਏ। ਅਸੀਂ ਮੈਦਾਨੀ ਸਾਰਾ ਪ੍ਰਦੇਸ਼ ਜਿਹੜਾ ਪੜ੍ਹ ਲਿਆ। ਹੁਣ ਅਸੀਂ ਗੱਲ ਕਰਦੇ ਹਾਂ ਇਤਿਹਾਸਿਕ ਹਮਲਿਆਂ ਦੀ। ਕੁਝ ਇਤਿਹਾਸਿਕ ਹਮਲਿਆਂ ਗੱਲ ਕਰਦੇ ਹਾਂ, ਜਿਹੜੇ ਕਿ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਤੇ ਇਹਦੇ ਵਿੱਚ ਕੁਐਸਚਨ ਆ ਹੀ ਜਾਂਦਾ ਹੈ। ਇਤਿਹਾਸਿਕ ਹਮਲੇ, ਇਤਿਹਾਸਿਕ ਲੜਾਈਆਂ ਜਾਂ ਹਮਲੇ ਕਹਿ ਦਿਓ, ਫੈਸਲਾਕੁਨ ਲੜਾਈਆਂ ਜਿਹਨੂੰ ਆਪਾਂ ਕਹਿੰਦੇ ਹਾਂ, ਨਿਰਣਾਇਕ ਲੜਾਈਆਂ। ਜਿਹਦੀ ਸਭ ਤੋਂ ਪਹਿਲਾਂ ਆ ਜਾਂਦੀ ਹੈ 326 ਵਿੱਚ BC ਵਿੱਚ, ਸਿਕੰਦਰ ਤੇ ਪੋਰਸ ਵਿੱਚ ਹੋਈ। ਸਿਕੰਦਰ ਜਿਹੜਾ ਸੀ ਮਕਦੂਨੀਆ ਦਾ ਸੀ ਰਾਜਾ ਸੀ, ਅਲੈਗਜ਼ੈਂਡਰ ਵੀ ਕਹਿੰਦੇ ਇਹਨੂੰ, ਇਹ ਭਾਰਤ ਆਇਆ ਸੀ। ਇਹਦੇ ਤੇ ਪੋਰਸ ਦੇ ਵਿਚਕਾਰ ਲੜਾਈ ਹੋਈ। ਪੋਰਸ ਇਹਨੂੰ, ਠੀਕ ਹੈ, ਬੇਬੀਲੋਨ 'ਚ ਜਾ ਕੇ ਇਹਦੀ ਮੌਤ ਹੋ ਗਈ ਸੀ ਮੱਛਰ ਦੇ ਕੱਟਣ ਕਰਕੇ, ਸਿਕੰਦਰ ਦੀ। ਤੇ ਜਿਹੜਾ ਸੀਗਾ ਇੱਕ ਬਹੁਤ ਹੀ ਖਤਰਨਾਕ, ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਬਹੁਤ ਹੀ ਦਰਿੰਦਾ ਰਾਜਾ ਸੀਗਾ, ਜਿਹੜਾ ਕਿ ਸਾਰੀ ਦੁਨੀਆ ਨੂੰ ਜਿੱਤਣਾ ਚਾਹੁੰਦਾ ਸੀਗਾ। ਤੇ ਇਹਨੇ ਪੋਰਸ ਨੂੰ ਹਰਾਤਾ, ਪੋਰਸ ਹਾਰ ਗਿਆ। ਠੀਕ ਆ, ਇਹ ਜਿਹੜੀ ਹੋਈ, ਇਹ ਜੇਹਲਮ ਨਦੀ ਤੇ ਹੋਈ ਲੜਾਈ। ਇਹਨੂੰ ਹਾਈਡੇ ਪਾਸ ਵੀ ਕਹਿੰਦੇ, ਹਾਈਡੇ ਪਾਸ। ਕੁਐਸਚਨ ਪੇਪਰ ਵਿੱਚ ਇਹ ਪੁੱਛ ਲਿਆ ਜਾਂਦਾ, ਹਾਈਡੇ ਪਾਸ ਪੁੱਛ ਲਿਆ ਜਾਂਦਾ। ਹਾਈਡਸ ਇਹਨੂੰ ਕਹਿੰਦੇ ਆ, ਹਾਈਡਸ ਪਾਸ।
ਦਾ ਪੂਰਾ ਨਾਮ ਹੈ ਹਾਈਡਸ ਪੈਸ। ਇਹ ਸਪੈਲਿੰਗ ਇਹ ਵਾਲੇ ਹੈ, ਹਾਈਡਸ ਪੈਸ। ਠੀਕ ਹੈ ਜੀ। ਤੇ ਫਿਰ ਹੁਣ ਇਹ ਪਹਿਲੀ ਲੜਾਈ, ਇਹ ਫਿਰ ਦੂਜੀ ਲੜਾਈ 'ਚ ਅਸੀਂ ਕੀ ਗੱਲ ਕਰਦੇ ਹਾਂ, ਪਹਿਲਾਂ ਅਸੀਂ ਕਰਦੇ ਹਾਂ ਇਹ 326 ਵਿੱਚ 326 BC ਵਿੱਚ ਸਿਕੰਦਰ ਨੇ ਪੋਰਸ ਨਾਲ ਯੁੱਧ ਕੀਤਾ, ਜਿਹਦੇ ਵਿੱਚ ਪੋਰਸ ਹਾਰ ਗਿਆ। ਇਹ ਜਿਹੜਾ ਯੁੱਧ ਹੋਇਆ ਇਹ ਜੇਲਮ ਨਦੀ ਤੇ ਹੋਇਆ, ਇਹਨੂੰ ਹਾਈਡੇ ਪਾਸ ਦੀ ਲੜਾਈ ਵੀ ਕਹਿੰਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਤਰਾਇਨ ਦੀ ਪਹਿਲੀ ਲੜਾਈ, ਫਸਟ ਬੈਟਲ ਆਫ ਤਰਾਇਨ। ਤਰਾਇਨ ਦੀ ਜਿਹੜੀ ਪਹਿਲੀ ਲੜਾਈ ਹੋਈ ਇਹ ਕਦੋਂ ਹੋਈ ਸੀ? ਇਹ 1191 ਵਿੱਚ ਹੋਈ। ਇਹਦੇ ਵਿਚਕਾਰ ਹੋਈ, ਇਹ ਇੱਕ ਹਿੰਦੂ ਵੰਸ਼ ਜਿਹੜਾ ਕਿ ਪ੍ਰਿਥਵੀ ਰਾਜ ਚੌਹਾਨ ਸੀਗਾ, ਜਿਹਦਾ ਚੌਹਾਨ ਵੰਸ਼ ਦਾ ਰਾਜਾ ਪ੍ਰਿਥਵੀ ਰਾਜ ਚੌਹਾਨ, ਤੇ ਮੁਹੰਮਦ ਗੌਰੀ ਜਿਹੜਾ ਕਿ ਮੁਹੰਮਦ ਕਾਸਿਮ ਤੋਂ ਬਾਅਦ ਆਇਆ ਸੀ ਭਾਰਤ ਵਿੱਚ। 1756 'ਚ ਮੁਹੰਮਦ ਕਾਸਿਮ ਆ ਜਾਂਦਾ ਹੈ, ਉਸ ਤੋਂ ਬਾਅਦ ਮੁਹੰਮਦ ਗੌਰੀ ਆਉਂਦਾ ਹੈ। ਠੀਕ ਹੈ ਜੀ। ਤੇ ਫਿਰ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੀ ਪਹਿਲੀ ਲੜਾਈ ਹੁੰਦੀ ਹੈ ਤਰਾਇਨ ਦੀ, ਉਹਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਜਿੱਤ ਜਾਂਦਾ ਹੈ, ਇਹਦਾ ਜਿੱਤ ਜਾਂਦਾ ਇਹਦੇ ਵਿੱਚ। ਜਿਹੜੀ ਤਰਾਇਨ ਦੀ ਦੂਜੀ ਲੜਾਈ ਹੋਊਗੀ ਇਹ ਹੋਈ, ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ? ਇਹ 1192 ਵਿੱਚ ਹੋਈ, ਅਗਲੇ ਸਾਲ ਹੀ ਹੋਗੀ, ਜਿਹਦੇ ਵਿੱਚ ਜਿਹੜਾ ਮੁਹੰਮਦ ਗੌਰੀ ਹੈ ਇਹ ਜਿੱਤ ਜਾਂਦਾ। ਠੀਕ ਹੈ ਜੀ। ਤਰਾਇਨ ਦੀ ਪਹਿਲੀ ਲੜਾਈ 1191 ਵਿੱਚ ਹੁੰਦੀ ਹੈ, ਜਿਹੜੀ ਕਿ ਪ੍ਰਿਥਵੀ ਰਾਜ ਚੌਹਾਨ ਜਿਹੜਾ ਉਹਦੇ ਵਿੱਚ ਜਿੱਤ ਜਾਂਦਾ ਹੈ। ਇਹ ਚੌਹਾਨ ਵੰਸ਼ ਨਾਲ ਸੰਬੰਧ ਰੱਖਦਾ ਹੈ। ਜਿਹੜਾ ਮੁਹੰਮਦ ਗੌਰੀ ਹੈ ਇੱਕ ਮੁਸਲਮਾਨ ਹੈ, ਇਹ ਕਾਬੁਲ ਤੋਂ ਆਇਆ, ਇਹ ਮੁਹੰਮਦ ਬਿਨ ਕਾਸਿਮ ਤੋਂ ਬਾਅਦ ਆਇਆ ਸੀ। ਫਿਰ ਇਸ ਤੋਂ ਬਾਅਦ ਤਰਾਇਨ ਦੀ ਦੂਜੀ ਲੜਾਈ ਹੁੰਦੀ ਹੈ, ਜਿਹਦੇ ਵਿੱਚ ਮੁਹੰਮਦ ਗੌਰੀ ਜਿੱਤ ਜਾਂਦਾ ਹੈ। ਤਰਾਇਨ ਦੀ ਪਹਿਲੀ ਲੜਾਈ ਵਿੱਚ ਪ੍ਰਿਥਵੀ ਰਾਜ ਚੌਹਾਨ ਜਿੱਤਦਾ ਹੈ ਤੇ ਮੁਹੰਮਦ ਗੌਰੀ ਹਾਰ ਜਾਂਦਾ ਹੈ। ਦੂਜੀ ਲੜਾਈ ਵਿੱਚ ਮੁਹੰਮਦ ਗੌਰੀ ਜਿੱਤ ਜਾਂਦਾ ਹੈ ਤੇ ਪ੍ਰਿਥਵੀ ਰਾਜ ਚੌਹਾਨ ਹਾਰ ਜਾਂਦਾ ਹੈ, ਤੇ ਇਹ ਮੁਹੰਮਦ ਗੌਰੀ ਉਸ ਨੂੰ ਬੰਦੀ ਬਣਾ ਲੈਂਦਾ ਹੈ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਪਾਣੀਪਤ ਦੀਆਂ ਲੜਾਈਆਂ ਬਾਰੇ। ਬੈਟਲਸ ਆਫ ਪਾਣੀਪਤ। ਕਿੰਨੀਆਂ ਲੜਾਈਆਂ ਹੋਈਆਂ ਸੀ ਪਾਣੀਪਤ ਦੀਆਂ? 3 ਲੜਾਈਆਂ ਹੋਈਆਂ ਸੀ। ਪਹਿਲਾਂ ਆਪਾਂ ਪਹਿਲੀ ਪਾਣੀਪਤ ਦੀ ਲੜਾਈ ਦੀ ਗੱਲ ਕਰਦੇ ਹਾਂ। ਇਹ ਕਦੋਂ ਹੋਈ ਸੀਗੀ? ਇਹਦੀ ਡੇਟ ਆਈ ਯਾਦ ਕਰਨੀ ਹੈ, ਕਿਉਂਕਿ ਪੇਪਰ 'ਚ ਆਈ ਆ ਜਾਂਦੀ ਹੈ। ਡੇਟ ਹੀ ਪੁੱਛ ਲੈਂਦੇ ਇਕੱਲੀ। 21 ਅਪ੍ਰੈਲ 1526 'ਚ। ਠੀਕ ਹੈ ਜੀ। ਇਹ ਹੋਈ 1526 'ਚ। ਕਿਹਦੇ ਵਿਚਕਾਰ ਹੋਈ ਸੀ ਇਹ ਬੰਦਾ? ਇਹ ਲੋਧੀ ਵੰਸ਼, ਜੋ ਕਿ ਪਹਿਲਾਂ ਹੀ ਭਾਰਤ 'ਚ ਮੌਜੂਦ ਸੀਗਾ, ਦਿੱਲੀ ਸਲਤਨਤ 'ਤੇ ਰਾਜ ਕਰ ਰਿਹਾ ਸੀ, ਤੇ ਵਿਚਕਾਰ ਹੋਈ ਲੋਧੀ ਵੰਸ਼ ਤੇ ਮੁਗਲ ਵੰਸ਼, ਜੋ ਕਿ ਭਾਰਤ ਵਿੱਚ ਨਵਾਂ ਆਇਆ ਸੀ, ਅਜੇ ਐਂਟਰੀ ਕਰਨਾ ਸੀ। ਇਹ ਐਂਟਰ ਕਰਕੇ ਤੁਹਾਨੂੰ ਮੈਂ ਦੱਸਿਆ ਨਾ ਖੈਬਰ ਦਰੇ ਰਾਹੀਂ ਐਂਟਰ ਕਰਦੇ ਸੀ ਸਾਰੇ, ਤਾਂ ਸਭ ਤੋਂ ਪਹਿਲਾਂ ਇਹਨੇ ਲੋਧੀ ਵੰਸ਼ ਨਾਲ ਹੀ ਟੱਕਰ ਲਈ ਹੈ। ਉੱਥੋਂ ਐਂਟਰ ਕਰਕੇ ਸਭ ਤੋਂ ਪਹਿਲਾਂ ਇਹਨੇ ਉੱਥੇ ਐਂਟਰ ਕੀਤਾ ਹੈ। ਇਹ ਜਿਹੜੀ ਲੜਾਈ ਹੋਈ ਹੈ ਇਹ ਪੰਜਾਬ ਦੇ ਇੱਥੇ ਆਸ-ਪਾਸ ਹੀ ਇੱਥੇ ਜਗ੍ਹਾ 'ਤੇ ਹੋਈ ਹੈ। ਤੇ ਉਦੋਂ ਜਿਹੜਾ ਇਹ ਐਂਟਰ ਕਰਦਾ ਹੈ, ਇਹ ਲੋਧੀ ਵੰਸ਼, ਇਹ ਮੁਗਲ ਵੰਸ਼ ਦਾ ਜਿਹੜਾ ਹੁੰਦਾ ਹੈ ਰਾਜਾ, ਮੇਨ ਸਭ ਤੋਂ ਪਹਿਲਾ ਸ਼ਾਸਕ ਜਿਹੜਾ ਹੁੰਦਾ ਉਹ ਬਾਬਰ ਹੁੰਦਾ ਹੈ। ਇਹ ਇਬਰਾਹਿਮ ਲੋਧੀ ਦੇ ਵਿਚਕਾਰ ਹੁੰਦੀ ਹੈ, ਲੋਧੀ ਦੇ ਵਿਚਕਾਰ ਹੁੰਦੀ ਹੈ, ਜਿਹਦੇ ਵਿੱਚ ਇਹ ਲੋਧੀ ਹਾਰ ਜਾਂਦਾ ਹੈ, ਬਾਬਰ ਜਿੱਤ ਜਾਂਦਾ ਹੈ, ਤੇ ਇਸ ਨਾਲ ਲੋਧੀ ਵੰਸ਼ ਦਾ ਪਤਨ ਹੋ ਜਾਂਦਾ ਹੈ। ਇਹ ਲੋਧੀ ਵੰਸ਼ ਦਾ ਪਤਨ ਕਰ ਦਿੰਦੇ ਆ ਤੇ ਆਪਣਾ ਰਾਜ ਜਿਹੜਾ ਹੈਗਾ ਉਹ ਦਿੱਲੀ ਸਲਤਨਤ 'ਤੇ ਕਰ ਲੈਂਦੇ ਆ। ਮੁਗਲ ਵੰਸ਼ ਆ ਜਾਂਦਾ ਹੈ ਭਾਰਤ ਵਿੱਚ। ਠੀਕ ਹੈ ਜੀ। ਲੋਧੀ ਵੰਸ਼ ਤੋਂ ਬਾਅਦ ਮੁਗਲ ਵੰਸ਼ ਆਉਂਦਾ ਹੈ। ਠੀਕ ਹੈ। ਇਹ ਹੋਈ ਪਾਣੀਪਤ ਦੀ ਫਸਟ ਲੜਾਈ। ਹੁਣ ਆਪਾਂ ਪਾਣੀਪਤ ਦੀ ਲੜਾਈ ਦੀ ਦੂਜੀ ਗੱਲ ਕਰਦੇ ਹਾਂ। ਦੂਸਰੀ ਲੜਾਈ ਇਹ ਦੂਸਰੀ ਲੜਾਈ ਹੈ। ਇਹ ਕਦੋਂ ਹੋਈ ਸੀਗੀ? ਇਹ ਹੋਈ ਸੀ ਜੀ 5 ਨਵੰਬਰ 1556 'ਚ। ਕਦੋਂ ਹੋਈ? 5 ਨਵੰਬਰ 1556 'ਚ। ਕਿਹਦੇ ਵਿੱਚ ਹੋਈ ਇਹ ਸੂਰੀਵੰਸ਼, ਮਰਾਠੇ ਜਿਹੜੇ ਸੂਰੀਵੰਸ਼ ਸੀ, ਤੇ ਮੁਗਲ ਵੰਸ਼ ਦੇ ਵਿਚਕਾਰ ਹੋਈ। ਮੁਗਲ ਵੰਸ਼ ਦਾ ਰਾਜਾ ਅਕਬਰ ਸੀ ਉਸ ਸਮੇਂ, ਤੇ ਇੱਧਰ ਹਿੰਦੂ ਸੀ, ਜਿਹਦੇ ਵਿੱਚ ਅਕਬਰ ਜਿੱਤ ਜਾਂਦਾ ਹੈ। ਠੀਕ ਹੈ ਜੀ। ਇਹ ਜਿੱਤ ਜਾਂਦਾ ਇਹ 'ਚ 5 ਨਵੰਬਰ 1556। ਪਹਿਲੀ ਲੜਾਈ ਕਦੋਂ ਹੁੰਦੀ ਹੈ? 21 ਅਪ੍ਰੈਲ 1526। ਜਿਹੜੀ ਪਹਿਲੀ ਲੜਾਈ ਹੁੰਦੀ ਹੈ ਇਹਦੀ, ਉਹ ਕਦੋਂ ਹੁੰਦੀ ਹੈ? 1526 'ਚ ਹੁੰਦੀ ਹੈ। ਉਹਦੇ ਵਿੱਚ ਬਾਬਰ ਤੇ ਇਬਰਾਹਿਮ ਲੋਧੀ ਹੁੰਦਾ ਹੈ,
ਤੇ ਇਹਦੇ ਵਿੱਚ ਇਹ ਜਿਹੜੀ ਸੈਕਿੰਡ ਲੜਾਈ ਹੈ ਇਹ 5 ਨਵੰਬਰ 1556 ਚ ਹੁੰਦੀ ਹੈ। ਇਹ ਸੂਰੀਵੰਸ਼ ਤੇ ਮੁਗਲ ਵੰਸ਼ 'ਚ ਹੁੰਦੀ ਹੈ। ਸੂਰੀਵੰਸ਼ ਦਾ ਹੇਮੂ ਹੁੰਦਾ ਹੈ, ਮੁਗਲ ਵੰਸ਼ ਦਾ ਅਕਬਰ ਹੁੰਦਾ ਹੈ। ਠੀਕ ਹੈ, ਇਹ ਅਕਬਰ ਜਿੱਤ ਜਾਂਦਾ ਹੈ। ਤੇ ਹੁਣ ਪਾਣੀਪਤ ਦੀ ਤੀਸਰੀ ਲੜਾਈ ਦੀ ਗੱਲ ਕਰਦੇ ਹਾਂ। ਤੀਸਰੀ ਲੜਾਈ ਦੀ ਗੱਲ ਕਰਦੇ ਹਾਂ। ਇਹ ਕਦੋਂ ਹੋਈ ਸੀਗੀ? ਇਹ ਹੋਈ ਸੀ 14 ਜਨਵਰੀ 1761। ਜਨਵਰੀ 1761 ਚ ਹੋਈ ਸੀ। ਕਿਹਦੇ ਚ ਹੋਈ ਸੀ? ਅਫਗਾਨ ਸ਼ਾਸਕਾਂ ਤੇ ਮਰਾਠਿਆਂ ਚ ਹੋਈ ਸੀ। ਤੇ ਮਰਾਠਿਆਂ ਚ ਠੀਕ ਹੈ ਜੀ, ਕਲੀਅਰ ਕਰ ਦੇਣੀ ਮਰਾਠਿਆਂ ਚ, ਜਿਹਦੇ ਚ ਅਫਗਾਨ ਜਿੱਤ ਗਏ ਸੀ। ਇਹ ਸਨ ਜੀ ਪਾਣੀਪਤ ਦੀਆਂ, ਇਹ ਸਨ ਪਾਣੀਪਤ ਦੀਆਂ 3 ਲੜਾਈਆਂ। ਪਹਿਲੀ 1526 ਚ ਹੋਈ, ਦੂਜੀ 1556 ਚ ਹੋਈ, ਤੀਜੀ 1761 ਚ ਹੋਈ। ਠੀਕ ਹੈ, ਤਾਂ ਇਹ ਸੀ ਅੱਜ ਤੱਕ ਦਾ ਸਾਡਾ ਸੈਸ਼ਨ। ਇਸ ਚੈਨਲ ਨੂੰ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ। ਮੈਂ ਇਸ ਵਿੱਚ ਚੈਨਲ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੀ, ਪੂਰੀ ਡਿਟੇਲ 'ਚ ਤੁਹਾਨੂੰ ਮੈਂ ਪੰਜਾਬ ਹਿਸਟਰੀ ਕਰਵਾਉਂਗੀ। ਥੈਂਕ ਯੂ ਜੀ।